ਇਹ ਨਾ ਪਿੰਡਾਂ ਦੇ ਵਿੱਚ ਜਿਹੜੀ ਪਿੰਡਾਂ ਦੀ ਇੱਕ ਸਕਾਫਤ ਆ, ਕਲਚਰ ਆ, ਉਸ ਕਲਚਰ ਦੇ ਵਿੱਚ ਮੁਖਤਲਿਫ ਧੜੇਬੰਦੀਆਂ ਆ ਜਾਂਦੀਆਂ ਪਿੰਡਾਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਮੁਖਤਲਿਫ ਬਰਾਦਰੀਆਂ ਹੁੰਦੀਆਂ। ਕੋਈ ਜੱਟ, ਕੋਈ ਰਾਈ, ਕੋਈ ਚੀਮੇ, ਚੱਠੇ, ਗੁੱਜਰ, ਰਾਜਪੂਤ, ਯਾਨੀ ਕਈ ਬਰਾਦਰੀਆਂ ਆ ਜਾਂਦੀਆਂ ਇਹ ਧੜਾਬੰਦੀਆਂ ਦੇ ਵਿੱਚ। ਇਹ ਅਮੂਮਨ ਪਿੰਡਾਂ ਦੇ ਵਿੱਚ ਧੜਾਬੰਦੀਆਂ ਹੁੰਦੀਆਂ। ਤੇ ਅਸੀਂ ਨਾ ਆਪਣੇ ਵੱਡਿਆਂ ਕੋਲੋਂ ਸੁਣਦੇ ਆ ਰਹੇ ਹਾਂ ਕਿ ਇਹ ਜਿਹੜੀਆਂ ਧੜਾਬੰਦੀਆਂ ਹੁੰਦੀਆਂ ਨਾ, ਇਹਨਾਂ ਦੇ ਆਪਣੇ ਹੀ ਆਪਸ ਦੇ ਵਿੱਚ ਹੀ ਰੌਲੇ ਹੁੰਦੇ ਆ। ਰਾਈਆਂ ਦੇ ਰਾਈ ਆਪਸ ਦੇ ਵਿੱਚ ਹੀ ਵੈਰੀ, ਗੁੱਜਰਾਂ ਦੇ ਗੁੱਜਰ ਵੈਰੀ, ਇੰਝ ਜਾਨੀ ਨਾ ਸੁਣਦੇ ਆ ਰਹੇ ਆ। ਲੇਕਿਨ ਸਾਡੇ ਇੱਕ ਵੱਡੇ ਪੁਰਖੇ ਦੱਸਦੇ ਹੁੰਦੇ ਸੀਗੇ ਕਿ ਜਿਹੜੇ ਰਾਈ ਹੁੰਦੇ ਆ ਨਾ, ਇਹ ਕੁਛ ਜ਼ਿਆਦਾ ਜਿਹੜੇ ਆ ਆਲਾ ਦਰਜੇ ਦੀ ਨੀਚ ਹਰਕਤ ਕਰ ਜਾਂਦੇ ਆ ਆਪਸ 'ਚ ਬਰਾਦਰੀ ਦੇ ਵਿੱਚ। ਯਾਨੀ ਇੱਕ ਦੂਏ ਦਾ ਗਿੱਟਾ ਖਿੱਚ, ਇੱਕ ਦੂਏ ਦੀ ਲੱਤ ਖਿੱਚ, ਯਾਨੀ ਕਿਸੇ ਨੂੰ ਕੋਈ ਤਰੱਕੀ ਕਰਦਾ ਦੇਖ ਨਹੀਂ ਸਕਦੇ। ਤੋ ਉਹ ਬੜੀ ਪਿਆਰੀ ਗੱਲਬਾਤ ਸੁਣਾਉਂਦੇ ਸੀ ਸਾਡੇ ਵੱਡੇ ਕਿ ਇਹ ਕਿਆਮਤ ਵਾਲੇ ਦਿਨ ਨਾ ਸਾਰੀਆਂ ਬਰਾਦਰੀਆਂ ਹੋਣੀਆਂ ਵਾ ਕਿਆਮਤ ਵਾਲੇ ਵੇਲੇ। ਤੇ ਉਸ ਟਾਈਮ ਰੱਬ ਨੇ ਫਰਿਸ਼ਤਿਆਂ ਨੂੰ ਕਹਿਣਾ ਨਾ, ਤੁਸੀਂ ਖੂਹ ਕੱਢੋ। ਖੂਹ ਕੱਢ ਦੇਣੇ ਆ, ਸਾਰੀਆਂ ਬਰਾਦਰੀਆਂ ਦੇ ਜਿਹੜੇ ਹੋਣੇ ਨਾ ਬੰਦੇ, ਉਹ ਖੂਹ 'ਚ ਸਿੱਟ ਦੇਣੇ ਆ। ਤੇ ਹਰ ਖੂਹ ਦੇ ਉੱਤੇ ਕੋਈ ਜੱਟ ਦੇ ਬਰਾਦਰੀ ਆ, ਉਹਦੇ ਖੂਹ ਦੇ ਉੱਤੇ ਜਾਣੀ ਨਾ 5-7 ਬੰਦੇ ਲਾ ਦੇਣੇ ਆ ਇਹਨਾਂ ਨੇ ਫਰਿਸ਼ਤੇ, ਯਾਨੀ ਅੱਲਾਹ ਤਾਲਾ ਨੇ, ਕਿ ਕੋਈ ਬਾਹਰ ਨਿਕਲੇ ਨਾ ਉਹਨੂੰ ਡਾਂਗ ਫੇਰਿਓ। ਤੇ ਏਦਾਂ ਹੀ ਗੁੱਜਰਾਂ ਦੀ ਬਰਾਦਰੀ ਦੇ ਜਿਹੜੇ ਹੋਣੇ ਆ, ਉਹ ਉਹਨਾਂ ਨੂੰ ਵੀ ਉਹਨਾਂ ਦੇ ਖੂਹ 'ਚ ਸਿੱਟ ਕੇ ਤੇ ਉਹਨਾਂ ਦੇ ਉੱਤੇ ਵੀ ਉਹ ਲਾ ਦੇਣੇ ਬੰਦੇ 5-7, ਕਿ ਡਾਂਗ ਫੇਰਿਓ ਜੇ ਕੋਈ ਬਾਹਰ ਨਿਕਲੇ। ਜਦੋਂ ਆਉਣੀ ਹੈ ਨਾ ਵਾਰੀ ਰਾਈਆਂ ਦੀ, ਇਹ ਰਾਈ ਬੜੀ ਚੰਗੀ ਕੌਮ ਆ। ਹੁਣ ਮੈਂ ਰਾਈਆਂ ਦੀ ਦੱਸਣ ਲੱਗਾ ਗੱਲ, ਮਿਸਾਲ ਰਾਹੀਂ ਸਾਡੇ ਵੱਡੇ ਦੱਸਦੇ ਹੁੰਦੇ ਸੀਗੇ, ਲੇਕਿਨ ਅਸੀਂ ਮੰਨਦੇ ਨਹੀਂ ਸੀ। ਲੇਕਿਨ ਜਿੱਦਾਂ ਜਿੱਦਾਂ ਹੁਣ ਉਮਰ ਗੁਜ਼ਰਦੀ ਜਾ ਰਹੀ ਹੈ ਨਾ, ਸਭ ਕੁਝ ਕਲੀਅਰ ਹੁੰਦਾ ਜਾ ਰਿਹਾ ਆਪ ਹੀ, ਜਾਨੀ ਸਭ ਕੁਝ ਹੀ ਸਾਹਮਣੇ ਆਈ ਜਾਂਦਾ। ਜਦੋਂ ਆਉਣੀ ਹੈ ਨਾ ਵਾਰੀ ਰਾਈਆਂ ਦੀ, ਤੇ ਰਾਈਆਂ ਦੇ ਉਵੇਂ ਖੂਹ ਦੇ ਵਿੱਚ ਸਿੱਟਣਾ ਵਾ, ਤੇ ਉੱਥੇ ਨਾ ਰੱਬ ਨੇ ਫਰਿਸ਼ਤਾ ਕੋਈ ਨਹੀਂ ਲਾਉਣਾ। ਜਿੱਦਾਂ 10-10, 12-12 ਫਰਿਸ਼ਤੇ ਰਾਈਆਂ ਦੇ, ਉਹਦੇ ਦੇ ਗੁੱਜਰਾਂ ਦੇ, ਜੱਟਾਂ ਦੇ, ਰਾਣਿਆਂ ਦੇ, ਚੀਮਿਆਂ ਚੱਠਿਆਂ ਦੇ, ਇਹਨਾਂ ਦੇ ਲਾਉਣੇ ਆ ਨਾ। ਇੰਝ ਨਾ ਰਾਈਆਂ ਤੇ ਖੂਹ ਤੇ ਕੋਈ ਫਰਿਸ਼ਤਾ ਨਹੀਂ ਲਾਉਣਾ। ਹੁਣ ਤੁਸੀਂ ਸੋਚਦੇ ਹੋਣੇ ਉਹਦੇ ਉੱਤੇ ਫਰਿਸ਼ਤਾ ਕਿਉਂ ਨਹੀਂ ਲਾਉਣਾ, ਕਿ ਰਾਈਆਂ ਦਾ ਪਤਾ ਨਹੀਂ ਰੱਬ ਦੇ ਨਾਲ ਵੀ ਕੋਈ ਡਾਇਰੈਕਟ ਹੀ ਤਾਲੁਕ ਆ ਇਹਨਾਂ ਦਾ, ਜਿਹੜਾ ਰੱਬ ਨੇ ਕਹਿਣਾ ਛੱਡੋ ਪਰੇ ਇਹਨਾਂ ਨੂੰ ਕੋਈ ਫਰਿਸ਼ਤਾ ਲਾਉਣ ਦੀ ਨਹੀਂ। ਗੱਲ ਇੰਝ ਨਹੀਂ ਗੀ। ਪਤਾ ਰੱਬ ਨੂੰ ਵੀ ਹੈ, ਕਿਉਂਕਿ ਰੱਬ ਹਰ ਚੀਜ਼ ਤੇ ਕਾਦਰ ਆ, ਰੱਬ ਨੂੰ ਵੀ ਹਰ ਸ਼ਾਇਦ ਜਾਣਦਾ ਰੱਬ। ਪਤਾ ਰੱਬ ਨੂੰ ਵੀ ਆ ਕਿ ਰਾਈ ਕਿਸ ਕਰਤੂਤ ਦੇ ਮਾਲਕ ਆ। ਤੇ ਉਹ ਰਾਈਆਂ ਤੇ ਕੋਈ ਬੰਦਾ ਨਹੀਂ ਲਾਉਣਾ ਰੱਬ ਨੇ। ਉਹਦੀ ਵਜ੍ਹਾ ਇਹ ਹੋਣੀ ਕਿ ਜਿਹੜਾ ਕੋਈ ਇੱਕ ਅੱਧਾ ਕੋਸ਼ਿਸ਼ ਕਰਨ ਲੱਗਾ ਹੋਣਾ ਨਾ ਮੇਰੇ ਵਰਗਾ ਬਾਹਰ ਨਿਕਲਣ ਦੀ, ਤੇ ਦੂਸਰੇ ਨੇ ਮੇਰੀ ਗਿੱਟਾ ਫੜ ਕੇ ਖਿੱਚ ਲੈਣਾ ਥੱਲੇ, ਕਿ ਪੁੱਤ ਅਸੀਂ ਥੱਲੇ ਖੜੇ ਹਾਂ, ਤੂੰ ਕਿੱਥੇ ਨਿਕਲਣ ਲੱਗਾ। ਜੇ ਉਹਨੂੰ ਸਮਝਾਇਆ ਹਨਾ ਕਿ ਯਾਰ ਤੇਰੀ ਮਿਹਰਬਾਨੀ, ਮੈਂ ਬਾਹਰ ਨਿਕਲ ਕੇ ਤੈਨੂੰ ਵੀ ਬਾਹਰ ਕੱਢੂੰਗਾ, ਮੈਨੂੰ ਨਿਕਲ ਲੈਣ ਦੇ। ਮੈਂ ਦੂਸਰੀ ਦਫਾ ਜਦੋਂ ਫਿਰ ਕੋਸ਼ਿਸ਼ ਕਰਨੀ ਹੈ ਨਾ, ਉਹਦੇ ਜੇਨ ਚੋਂ, ਕਿਉਂਕਿ ਉਹ ਗੱਲ ਉਹ ਬਿੱਛੂ ਵਾਲੀ ਆ ਕਿ ਬਿੱਛੂ ਦੀ ਫਿਤਰਤ ਦੇ ਵਿੱਚ ਡੰਗ ਮਾਰਨਾ ਹੀ ਆ। ਇੰਝ ਹੀ ਇਹਨਾਂ ਦੇ ਵਿੱਚ ਵੀ ਇਹਨਾਂ ਨੇ ਆਪਣੀ ਬਰਾਦਰੀ ਨੂੰ ਡੰਗ ਹੀ ਮਾਰਨਾ, ਜੋ ਮਰਜੀ ਹੋ ਜਾਵੇ। ਤੇ ਦੂਸਰੀ ਦਫਾ ਇਹਨੂੰ ਮੁਤਮੀਨ ਕਰਕੇ ਜਦੋਂ ਆਪਣੇ ਬਰਾਦਰੀ ਦੇ ਬੰਦੇ ਨੂੰ ਨਿਕਲਣ ਲੱਗਣਾ ਨਾ, ਦੂਸਰੀ ਦਫਾ ਉਹਨੇ ਫਿਰ ਲੱਤ ਖਿੱਚ ਲੈਣੀ ਆ। ਲਿਹਾਜ਼ਾ ਇਹਨਾਂ ਨੇ ਆਪਸ 'ਚ ਗੱਲ ਮੁੱਕਦੀ ਇਹੀ ਹੈ ਕਿ ਇਹਨਾਂ ਨੇ ਚੰਨ ਨਹੀਂ ਉਹ ਦੇਣਾ ਜੋ ਮਰਜੀ, ਯਾਨੀ ਤਰੱਕੀ ਨਹੀਂ ਉਹ ਕਿਸੇ ਨੂੰ ਕਰਨ ਦੇਣੀ। ਇਹਨਾਂ ਨੇ ਆਪਸ 'ਚ ਲੱਤ ਇੱਕ ਦੂਏ ਦੀ ਖਿੱਚੀ ਜਾਣੀ ਆ। ਯਾਨੀ ਇੱਦਾਂ ਦੀ, ਯਾਨੀ ਵੱਡਿਆਂ ਕੋਲੋਂ ਸੁਣਦੇ ਹੁੰਦੇ ਸੀ ਇਹ ਗੱਲਾਂ। ਤੇ ਲੇਕਿਨ ਅਸੀਂ ਸਮਝਦੇ ਹੁੰਦੇ ਸੀਗੇ ਕਿ ਨਹੀਂ ਨਹੀਂ ਇੰਝ ਨਹੀਂ ਹੁੰਦਾ। ਲੇਕਿਨ ਹੁਣ ਸਭ ਕੁਝ ਹੀ ਯਾਨੀ ਕਲੀਅਰ ਹੋਈ ਜਾਂਦਾ ਵਾ, ਅੱਖਾਂ ਦੇ ਸਾਹਮਣੇ ਆਈ ਜਾਂਦਾ ਕਿ ਨਹੀਂ ਜੀ, ਇਹ ਬਰਾਦਰੀ ਦੇ ਵਿੱਚ ਬੜੇ ਬੜੇ ਮੋਤਬਰ ਬੰਦੇ ਹੁੰਦੇ ਆ ਇੰਝ ਦੇ, ਜਿਹੜੇ ਇੱਕ ਦੂਏ ਦੀਆਂ ਲੱਤਾਂ ਖਿੱਚਦੇ ਰਹਿੰਦੇ ਆ।